ਮੈਨੂੰ ਅੱਜ ਉਸ ਸੱਜਣ ਦੀ ਗੱਲ ਯਾਦ ਆਉਂਦੀ ਹੈ ਜੋ ਚੰਡੀਗੜ੍ਹ ਦੇ ਵੱਡੇ ਪ੍ਰਾਪਰਟੀ ਡੀਲਰਾਂ ਵਿੱਚੋਂ ਇੱਕ ਸੀ ਅਤੇ ਅੱਜ ਵੀ ਉਸ ਦੀ ਕੰਪਨੀ ਸੈਕਟਰ 17 ਵਿੱਚ ਚੱਲ ਰਹੀ ਹੈ। ਉਸਨੇ ਮੈਨੂੰ ਦੱਸਿਆ ਸੀ ਕਿ ਇੱਕ ਐਮਐਲਏ ਵਜੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਚੰਡੀਗੜ੍ਹ ਵਿੱਚ ਸਾਈਕਲ ਚਲਾ ਕੇ ਉਸ ਕੋਲ ਆਉਂਦੇ ਹੁੰਦੇ ਸਨ ਤੇ ਮਕਾਨ ਲਈ ਕਿਸੇ ਛੋਟੇ ਤੇ ਸਸਤੇ ਪਲਾਟ ਦੀ ਪੁੱਛ ਕਰਦੇ ਹੁੰਦੇ ਸਨ। ਇੱਕ ਦਿਨ ਬਾਦਲ ਸਾਹਿਬ ਨੂੰ ਉਸਨੇ 9 ਸੈਕਟਰ ਵਾਲੀ ਉਹਨਾਂ ਦੀ ਹੁਣ ਵਾਲੀ ਕੋਠੀ ਦਾ ਵੱਡਾ ਪਲਾਟ ਵਿਖਾਇਆ ਤੇ ਕਿਹਾ, ਮੇਰੇ ਕਹਿਣ ਤੇ ਲੈ ਲਓ, ਸਾਰੀ ਉਮਰ ਮੈਨੂੰ ਯਾਦ ਕਰਿਆ ਕਰੋਗੇ। ਜਦ ਉਸਨੇ ਬਾਦਲ ਸਾਹਿਬ ਨੂੰ ਦੱਸਿਆ ਕਿ 15 ਲੱਖ ਰੁਪਏ ਹੁਣੇ ਦੇਣੇ ਪੈਣਗੇ ਤਾਂ ਬਾਦਲ ਸਾਹਿਬ ਹੱਸ ਪਏ ਤੇ ਕਹਿਣ ਲੱਗੇ, ਸਾਡੇ ਕੋਲ ਇੰਨੇ ਪੈਸੇ ਤਾਂ ਕਦੇ ਵੀ ਇਕੱਠੇ ਨਹੀਂ ਹੋਣ ਵਾਲੇ। ਜੋ ਕੁਝ ਉਸ ਪ੍ਰਾਪਰਟੀ ਡੀਲਰ ਨੇ ਮੈਨੂੰ ਦੱਸਿਆ ਉਸ ਅਨੁਸਾਰ ਉਸਨੇ ਪੇਸ਼ਕਸ਼ ਕੀਤੀ ਕਿ ਉਹ 15 ਲੱਖ ਦਾ ਕਰਜ਼ ਵੀ ਦਵਾ ਦੇਵੇਗਾ ਜਿਹੜਾ ਬਾਦਲ ਸਾਹਿਬ ਹੌਲੀ-ਹੌਲੀ ਵਾਪਸ ਕਰ ਦੇਣਗੇ। ਸੋ ਉਸ ਵੱਲੋਂ ਦਵਾਏ ਗਏ ਕਰਜ਼ ਨਾਲ ਬਾਦਲ ਸਾਹਿਬ ਨੇ ਪਹਿਲੀ ਸ਼ਹਿਰੀ ਜਾਇਦਾਦ ਖਰੀਦੀ। ਪ੍ਰਾਪਰਟੀ ਡੀਲਰ ਵਧਾ ਚੜਾ ਕੇ ਵੀ ਗੱਲਾਂ ਕਰਦੇ ਹੁੰਦੇ ਹਨ, ਪਰ ਮੇਰਾ ਖਿਆਲ ਹੈ ਕਿ ਉਸਨੇ ਮੈਨੂੰ ਗਲਤ ਕੁਝ ਨਹੀਂ ਦੱਸਿਆ ਹੋਵੇਗਾ ਕਿਉਂਕਿ ਮੈਂ ਇੱਕ ਗਾਹਕ ਵਜੋਂ ਉਸ ਕੋਲ ਨਹੀਂ ਸੀ ਗਿਆ, ਸਗੋਂ ਇੱਕ ਸਮਾਜਿਕ ਸਮਾਗਮ ਵਿੱਚ ਮਿਲਿਆ ਸੀ। ਜੇ ਉਪਰੋਕਤ ਕਥਾ ਠੀਕ ਹੈ ਤਾਂ ਇਤਿਹਾਸਕਾਰਾਂ ਲਈ ਇਹ ਜਾਂਚ ਕਰਨੀ ਬੜੀ ਲਾਹੇਵੰਦ ਹੋਵੇਗੀ ਕਿ ਇੱਕ ਕਾਂਗਰਸੀ ਐਮਐਲਏ ਵਜੋਂ ਪ੍ਰਕਾਸ਼ ਸਿੰਘ ਬਾਦਲ ਕਿਸ ਰੂਪ ਵਿੱਚ ਚੰਡੀਗੜ੍ਹ ਆਏ ਸੀ ਤੇ ਫਿਰ ਪੰਥਕ ਆਗੂ ਬਣ ਕੇ ਇਸ ਸ਼ਹਿਰ ਵਿੱਚ ਉਹਨਾਂ ਕੀ ਪ੍ਰਾਪਤੀਆਂ ਕੀਤੀਆਂ ਤੇ ਕਿੰਨੀ ਖੱਟੀ। ਮੈਂ ਅੰਦਾਜ਼ੇ ਨਾਲ ਕਹਿ ਸਕਦਾ ਕਿ ਇਤਿਹਾਸ ਵਿੱਚ ਪੰਥਕ ਆਗੂ ਵਜੋਂ ਨਿਜ ਲਈ ਜਿੰਨੀ ਖੱਟੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ 40 ਸਾਲਾਂ ਵਿੱਚ ਖੱਟੀ ਕਿਸੇ ਹੋਰ ਪੰਥਕ ਆਗੂ ਜਾਂ ਪੰਥਕ ਆਗੂਆਂ ਦੇ ਸਮੂਹ ਨੇ ਰਲ ਕੇ ਵੀ ਨਹੀਂ ਕੀਤੀ ਹੋਵੇਗੀ। 5 ਵਾਰ ਮੁੱਖ ਮੰਤਰੀ ਬਣੇ, ਵਜ਼ੀਰੀਆਂ ਆਪਣੇ ਪਰਿਵਾਰ ਲਈ ਰੱਖਵੀਆਂ ਕਰ ਲਈਆਂ ਤੇ ਬੱਸਾਂ ਹੋਟਲਾਂ ਦੇ ਨਾਲ-ਨਾਲ ਰਾਜਸਥਾਨ, ਯੂਪੀ ਤੇ ਹਰਿਆਣਾ ਵਿੱਚ ਫਾਰਮ ਬਣਾ ਲਏ, ਚੰਡੀਗੜ੍ਹ ਵਿੱਚ ਵੀ ਮਹਿਲ ਖੜੇ ਕਰ ਲਏ ਅਤੇ ਪੰਜਾਬ ਸਰਕਾਰ, ਦਿੱਲੀ ਸਰਕਾਰ ਦੇ ਨਾਲ-ਨਾਲ ਸ਼੍ਰੋਮਣੀ ਅਕਾਲੀ ਦਲ, ਸ਼੍ਰੋਮਣੀ ਕਮੇਟੀ ਤੇ 5 ਤਖਤਾਂ ਨੂੰ ਜਿਵੇਂ ਆਪਣੀ ਮੁੱਠੀ ਵਿੱਚ ਕਰੀ ਰੱਖਿਆ। ਇਤਿਹਾਸ ਵਿੱਚ ਇਸ ਤੋਂ ਪਹਿਲਾਂ ਕਿਸੇ ਹੋਰ ਪੰਥਕ ਆਗੂ ਨੇ ਰਾਜ ਨਹੀਂ, ਸੇਵਾ ਦੇ ਨਾਂ ਤੇ ਇਸ ਦੇ 100ਵੇਂ ਜਾਂ 1000ਵੇਂ ਹਿੱਸੇ ਦੇ ਬਰਾਬਰ ਵੀ ਨਹੀਂ ਸੀ ਕਮਾਇਆ ਜਾਂ ਹਥਿਆਇਆ ਹੋਵੇਗਾ। ਪਰ ਉਸ ਤੋਂ ਵੱਡਾ ਪ੍ਰਸ਼ਨ ਇਹ ਹੈ ਕਿ ਬਦਲੇ ਵਿੱਚ ਇਤਿਹਾਸਿਕ ਹਸਤੀ ਨੇ ਪੰਜਾਬ ਅਤੇ ਪੰਥ ਨੂੰ ਕੁਝ ਦਿੱਤਾ ਵੀ ਜਾਂ ਸਿਰਫ ਲਿਆ ਹੀ। ਇਸ ਬਾਰੇ ਬਾਦਲ ਸਾਹਿਬ ਦੇ ਸ਼ਰਧਾਲੂਆਂ, ਚੇਲਿਆਂ ਦੇ ਬਿਆਨਾਂ ਦਾ ਢੇਰ ਮਿਲ ਜਾਏਗਾ ਜੋ ਕਹਿ ਦੇਣਗੇ ਕਿ ਬਾਦਸ਼ਾਹ ਦਰਵੇਸ਼ ਨੇ ਆਪਣੇ ਤਾਂ ਕੁਝ ਲਿਆ ਹੀ ਨਹੀਂ ਤੇ ਪੰਜਾਬ ਨੂੰ ਇੰਨਾ ਕੁਝ ਦੇ ਦਿੱਤਾ ਕਿ ਪੰਜਾਬ ਪਹਿਲੇ ਨੰਬਰ ਤੋਂ 14ਵੇਂ ਨੰਬਰ ਤੇ ਆ ਗਿਆ ਤੇ 95% ਕੇਸਾਧਾਰੀ ਸਿੰਘ ਬਾਦਲ ਸਾਹਿਬ ਦੇ ਪੰਥਕ ਰਾਜ ਵਿੱਚ 15% ਤੱਕ ਰਹਿ ਗਏ ਹਨ। ਸਾਰੀਆਂ ਗੱਲਾਂ ਇੱਕ ਲੇਖ ਵਿੱਚ ਦਰਜ ਨਹੀਂ ਕੀਤੀਆਂ ਜਾ ਸਕਦੀਆਂ, ਪਰ ਕੁਝ ਮੋਟੀਆਂ-ਮੋਟੀਆਂ ਗੱਲਾਂ ਦਾ ਸੰਖੇਪ ਵਰਣਨ ਕਰਕੇ ਬਾਦਲ ਸਾਹਿਬ ਕੋਲੋਂ ਇੱਕ ਮੰਗ ਜ਼ਰੂਰ ਕੀਤੀ ਜਾ ਸਕਦੀ ਹੈ ਕਿ ਉਹ ਆਪਣੀ ਆਤਮਾ ਕੋਲੋਂ ਹੀ ਪੁੱਛ ਕੇ ਦੱਸਣ ਕਿ ਉਹਨਾਂ ਲਈ ਹੁਣ ਕੀ ਕਰਨਾ ਬਣਦਾ। ਪੰਜਾਬ ਦਾ ਪਾਣੀ ਤੇ ਪੰਜਾਬੀ ਇਲਾਕੇ। ਬਾਦਲ ਸਾਹਿਬ ਨੇ ਉਸ ਹਰਿਆਣਾ ਦੀ ਸਰਕਾਰ ਕੋਲੋਂ ਆਪਣੇ ਬਾਲਾਸਾਰ ਦੇ ਫਾਰਮ ਹਾਊਸ ਤੱਕ ਪਾਣੀ ਪਹੁੰਚਾਉਣ ਲਈ ਨਹਿਰ ਬਣਵਾ ਲਈ, ਜਿਸ ਨੂੰ ਪੰਜਾਬ ਦਾ ਅੱਧ ਤੋਂ ਵੱਧ ਪਾਣੀ ਕਾਨੂੰਨ ਦੇ ਉਲਟ ਜਾ ਕੇ ਦਿੱਲੀ ਵਾਲਿਆਂ ਨੇ ਦੇ ਦਿੱਤਾ ਸੀ। ਬੜੇ ਨਿਰਪੱਖ ਮਾਹਰਾਂ ਦਾ ਕਹਿਣਾ ਹੈ ਕਿ ਹਰਿਆਣਾ ਪੰਜਾਬ ਤਨਾਜ਼ੇ ਵਿੱਚ ਜੇ ਪ੍ਰਕਾਸ਼ ਸਿੰਘ ਬਾਲਾਸਰ ਫਾਰਮ ਦਾ ਮੋਹ ਛੱਡ ਕੇ ਉਸ ਨੂੰ ਵੇਚ ਦਿੰਦੇ ਤੇ ਗੁੜਗਾਉਂ ਵਿੱਚ ਹੋਟਲ ਦਾ ਸਸਤਾ ਪਲਾਟ ਲੈਣ ਦਾ ਲਾਲਚ ਠੁਕਰਾ ਦਿੰਦੇ ਤਾਂ ਪੰਜਾਬ ਦੇ ਪਾਣੀ ਵੀ ਪੰਜਾਬ ਨੂੰ ਮਿਲ ਜਾਣੇ ਸਨ, ਪੰਜਾਬੀ ਇਲਾਕੇ ਵੀ ਤੇ ਚੰਡੀਗੜ੍ਹ ਵੀ। ਸਤਲੁਜ ਜਮਨਾ ਨਹਿਰ ਦੀ ਤਾਂ ਗੱਲ ਵੀ ਕਿਸੇ ਨੇ ਨਹੀਂ ਸੀ ਕਰ ਸਕਣੀ, ਪਰ ਹਰਿਆਣੇ ਕੋਲੋਂ ਨਹਿਰ ਦੀ ਖੁਦਾਈ ਲਈ ਪਹਿਲਾ ਚੈੱਕ ਵੀ ਤਾਂ ਬਾਦਲ ਸਾਹਿਬ ਨੇ ਹੀ ਲਿਆ ਸੀ, ਜਿਸ ਨਾਲ ਸਾਰਾ ਕੇਸ ਕਮਜ਼ੋਰ ਹੋ ਗਿਆ ਤੇ ਮਗਰੋਂ ਦੇ ਰੋਸ ਵਿਖਾਵੇ ਨਿਰੇ ਵਿਖਾਵੇ ਦੇ ਹੰਝੂ ਹੀ ਸਾਬਤ ਹੋਏ। ਵਿਖਾਵੇ ਦੇ ਇਸ ਲਈ ਕਿ ਬਾਦਲ ਸਾਹਿਬ ਤੇ ਉਹਨਾਂ ਦਾ ਪਰਿਵਾਰ ਇਸ ਸਾਰੇ ਸਮੇਂ ਵਿੱਚੋਂ ਬਹੁਤਾ ਸਮਾਂ ਦਿੱਲੀ ਅਤੇ ਪੰਜਾਬ ਦੀਆਂ ਹਕੂਮਤਾਂ ਵਿੱਚ ਹਾਕਮ ਬਣ ਕੇ ਬੈਠੇ ਰਹੇ ਤੇ ਹਰਿਆਣੇ ਵਿੱਚ ਉਹਨਾਂ ਦਾ ਪੱਗ ਵੱਟ ਭਰਾ ਮੁੱਖ ਮੰਤਰੀ ਰਿਹਾ ਸੀ। ਜੇ ਗੁਰੂ ਦਾ ਆਜ਼ਾਦ ਅਕਾਲ ਤਖਤ ਅੱਜ ਕਿਤੇ ਹੁੰਦਾ ਜਾਂ ਕੋਈ ਪੰਥਕ ਟ੍ਰਿਬਿਊਨਲ ਕਾਇਮ ਹੋਇਆ ਹੁੰਦਾ ਤਾਂ ਬਾਦਲ ਸਾਹਿਬ ਨੂੰ ਇਹ ਸਵਾਲ ਜ਼ਰੂਰ ਕਰਦਾ ਕਿ ਹਰਿਆਣੇ, ਰਾਜਸਥਾਨ ਸਮੇਤ ਜਿਨ੍ਹਾਂ ਰਾਜਾਂ ਕੋਲੋਂ ਤੁਸੀਂ ਤੇ ਤੁਹਾਡਾ ਪਰਿਵਾਰ ਕਰੋੜਾਂ ਨਹੀਂ ਅਰਬਾਂ ਦੇ ਲਾਭ ਲੈਂਦੇ ਰਹੇ, ਜੇ ਤੁਸੀਂ ਉਹ ਲਾਭ ਛੱਡ ਦਿੰਦੇ ਤਾਂ ਕੀ ਪੰਜਾਬ ਨਾਲ ਉਹ ਧੱਕਾ ਹੋਣਾ ਸੀ ਜੋ ਅੱਜ ਤੱਕ ਹੁੰਦਾ ਚੱਲਿਆ ਆ ਰਿਹਾ ਤੇ ਇਸ ਦਾ ਦੋਸ਼ੀ ਤੁਹਾਡੇ ਤੋਂ ਬਿਨਾਂ ਕਿਸੇ ਹੋਰ ਨੂੰ ਠਹਿਰਾਇਆ ਜਾ ਸਕਦਾ। ਪੰਜਾਬ ਦੀ ਆਰਥਿਕ ਮੰਦਹਾਲੀ ਕੀ ਇਸੇ ਨਿੱਜੀ ਲੋਭ ਲਾਲਚ ਵਿੱਚੋਂ ਹੀ ਨਹੀਂ ਉਪਜੀ, ਵਰਨਾ ਇਹ ਹਿੰਦੁਸਤਾਨ ਦੇ ਸਾਰੇ ਸੂਬਿਆਂ 'ਚੋਂ ਇੱਕ ਨੰਬਰ ਦਾ ਸੂਬਾ ਹੋਣਾ ਸੀ। ਬਲੂ ਸਟਾਰ ਆਪਰੇਸ਼ਨ। ਬਾਦਲ ਵਿਰੋਧੀ ਤਾਂ ਇਹ ਵੀ ਕਹਿੰਦੇ ਹਨ ਕਿ ਕੇਂਦਰ ਨੇ ਇਹ ਜ਼ੁਲਮ ਅਕਾਲੀ ਲੀਡਰਾਂ ਦੀ ਰਜ਼ਾਮੰਦੀ ਪ੍ਰਾਪਤ ਕਰਕੇ ਕੀਤਾ ਸੀ ਕਿਉਂਕਿ ਅਕਾਲੀ ਲੀਡਰ ਸੰਤ ਜਰਨੈਲ ਸਿੰਘ ਤੋਂ ਖਹਿੜਾ ਛਡਵਾਉਣਾ ਚਾਹੁੰਦੇ ਸਨ, ਪਰ ਇਸ ਬਾਰੇ ਅੰਤਮ ਨਿਰਣਾ ਤਾਂ ਇਤਿਹਾਸਕਾਰ ਹੀ ਦੇਣਗੇ। ਸਾਡੇ ਸਾਹਮਣੇ ਜੋ ਹੋਇਆ ਉਹ ਇਹੀ ਹੈ ਕਿ ਆਪਰੇਸ਼ਨ ਤੋਂ ਬਾਅਦ ਅਕਾਲੀ ਸੱਤਾ ਵਿੱਚ ਇਹ ਕਹਿ ਕੇ ਆ ਗਏ ਕਿ ਸੱਤਾ ਵਿੱਚ ਆ ਕੇ ਉਹ ਸਾਰੇ ਮਾਮਲੇ ਦੀ ਪੜਤਾਲ ਕਰਵਾ ਕੇ ਸੱਚ ਵੀ ਦੁਨੀਆ ਸਾਹਮਣੇ ਲਿਆਉਣਗੇ ਤੇ ਕਸੂਰਵਾਰਾਂ ਨੂੰ ਸਜ਼ਾ ਵੀ ਦੇਵਣਗੇ।
ਸੱਤਾ ਵਿੱਚ ਆਉਣ ਮਗਰੋਂ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬਾਂ ਵਿੱਚ ਉਹਨਾਂ ਇਹ ਕਹਿ ਕੇ ਹੀ ਪੁੱਲਾ ਛਡਾ ਲਿਆ ਕਿ ਛੱਡੋ ਜੀ, ਹੁਣ ਬੀਤੀਆਂ ਗੱਲਾਂ ਵੱਲ ਹੀ ਵੇਖਦੇ ਰਹਿਣਾ ਜਾਂ ਅੱਗੇ ਵਧਣ ਲਈ ਭਵਿੱਖ ਦਾ ਫਿਕਰ ਵੀ ਕਰਨਾ। ਜਦ ਜਸਟਿਸ ਕੁਲਦੀਪ ਸਿੰਘ ਦੀ ਕੋਸ਼ਿਸ਼ ਨਾਲ 3 ਜੱਜਾਂ ਦਾ ਪ੍ਰਾਈਵੇਟ ਕਮਿਸ਼ਨ ਪੜਤਾਲ ਕਰਨ ਲਈ ਬੈਠ ਗਿਆ ਤੇ ਹਜ਼ਾਰਾਂ ਲੋਕ ਸੱਚ ਦੱਸਣ ਲਈ ਚੰਡੀਗੜ੍ਹ ਪਹੁੰਚ ਗਏ ਤਾਂ ਬਾਦਲ ਸਰਕਾਰ ਨੇ ਹਾਈ ਕੋਰਟ ਵਿੱਚ ਜਾ ਕੇ ਕਮਿਸ਼ਨ ਦੇ ਕੰਮ ਤੇ ਪਾਬੰਦੀ ਲਵਾ ਦਿੱਤੀ। ਨਾ ਆਪ ਪੜਤਾਲ ਕਰਵਾਈ, ਨਾ ਜੱਜਾਂ ਨੂੰ ਕਰਨ ਦਿੱਤੀ, ਨਾ ਧਰਮੀ ਫੌਜੀਆਂ ਦਾ ਕੁਝ ਬਣਨ ਦਿੱਤਾ, ਨਾ ਹਜ਼ਾਰਾਂ ਅਣਪਛਾਤੀਆਂ ਲਾਸ਼ਾਂ ਦਾ ਤੇ ਨਾ ਘਰੋਂ ਚੁੱਕੇ ਗਏ ਮੁੰਡਿਆਂ ਦਾ। ਜਿਨ੍ਹਾਂ ਪੁਲਸੀਆਂ ਨੇ ਨਕਲੀ ਮੁਕਾਬਲੇ ਬਣਾ ਕੇ ਹਜ਼ਾਰਾਂ ਸਿੱਖ ਮਾਰ ਮੁਕਾਏ ਸਨ, ਉਹਨਾਂ ਚੋਂ ਕਿਸੇ ਨੂੰ ਤੱਤੀ ਵਾਹ ਵੀ ਨਾ ਲੱਗਣ ਦਿੱਤੀ ਤੇ ਸਗੋਂ ਤਰੱਕੀਆਂ ਦੇ ਕੇ ਆਪਣੀ ਸਰਕਾਰ ਵਿੱਚ ਉੱਚ ਰੁਤਬੇ ਬਖਸ਼ ਦਿੱਤੇ। ਗੁਰੂ ਦਾ ਅਸਲ ਅਕਾਲ ਤਖਤ ਅੱਜ ਕਿਧਰੇ ਹੁੰਦਾ ਤਾਂ ਫੈਸਲਾ ਕਰਦਾ ਕਿ ਦਰਬਾਰ ਸਾਹਿਬ ਉੱਤੇ ਹੋਏ ਫੌਜੀ ਹਮਲੇ ਮਗਰੋਂ ਦੇ ਉਪਰੋਕਤ ਹਾਲਾਤ ਲਈ ਕਿਸ ਨੂੰ ਦੋਸ਼ੀ ਮੰਨਿਆ ਜਾਵੇ। ਅਕਾਲ ਤਖਤ ਦੀ ਮਾੜੀ ਹਾਲਤ। ਅਕਾਲ ਤਖਤ ਦਾ ਜੋ ਰੁਤਬਾ ਆਪਣੇ ਆਪ ਸਿੱਖਾਂ ਦੇ ਦਿਲਾਂ ਵਿੱਚ ਬਣਿਆ ਹੋਇਆ ਸੀ, ਉਸ ਵਿੱਚ ਪਹਿਲੀ ਵਾਰ ਕਮੀ ਆਉਣੀ ਸ਼ੁਰੂ ਹੋਈ ਤਾਂ ਉਹ ਬਾਦਲ ਰਾਜ ਦੌਰਾਨ ਹੀ ਆਈ। ਜਿਸ ਤਰ੍ਹਾਂ ਜਥੇਦਾਰਾਂ ਨੂੰ ਆਪਣੇ ਇਸ਼ਾਰਿਆਂ ਤੇ ਨਚਾਇਆ ਗਿਆ ਤੇ ਵਿਰੋਧੀਆਂ ਦਾ ਮੂੰਹ ਬੰਦ ਕਰਨ ਲਈ ਵਰਤਿਆ ਗਿਆ, ਉਸ ਨਾਲ ਅਕਾਲ ਤਖਤ ਦਾ ਰੁਤਬਾ ਸਰਦਾਰ ਬਾਦਲ ਦੇ ਅਹਿਦ ਵਿੱਚ ਦਿਨ-ਬ-ਦਿਨ ਘਟਦਾ ਗਿਆ ਤੇ ਸੌਦਾ ਸਾਧ ਨੂੰ ਮਾਫੀ ਦੇਣ ਲਈ ਜਿਸ ਤਰ੍ਹਾਂ ਜਥੇਦਾਰਾਂ ਨੂੰ ਹੁਕਮ ਜਾਰੀ ਕੀਤੇ ਗਏ ਅਤੇ ਮੁੱਖ ਮੰਤਰੀ ਦੀ ਕੋਠੀ ਵਿੱਚ ਪੇਸ਼ ਹੋ ਕੇ ਹੁਕਮ ਸੁਣਨ ਲਈ ਕਿਹਾ ਗਿਆ, ਉਸ ਮਗਰੋਂ ਅੱਜ ਅਕਾਲ ਤਖਤ ਦੀ ਸੰਸਥਾ ਖਤਮ ਜਿਹੀ ਹੋ ਕੇ ਰਹਿ ਗਈ। ਸ਼ੁਰੂ ਵਿੱਚ ਲੋਕ ਬੁੜਬੁੜ ਕਰਦੇ ਤੇ ਗਾਲਾਂ ਕੱਢਦੇ, ਅੰਮ੍ਰਿਤਸਰ ਪੇਸ਼ੀ ਭੁਗਤਾਉਂਦੇ ਸਨ ਤਾਂ ਕਿ ਵੋਟਾਂ ਵਿੱਚ ਘਾਟਾ ਨਾ ਪੈ ਜਾਵੇ। ਪਰ ਅੱਜ-ਕੱਲ ਜਿਹੜੇ ਮੰਨੇ ਪਰਮੰਨੇ ਸਿੱਖ ਸਿਆਸੀ ਲੋਕਾਂ ਦੇ ਫਰਮਾਂ ਬਰਦਾਰਾਂ ਨੂੰ ਜਥੇਦਾਰ ਮੰਨਣ ਤੋਂ ਇਨਕਾਰ ਕਰਦੇ ਹੋਏ ਉਹਨਾਂ ਕੋਲ ਪੇਸ਼ੀ ਭੁਗਤਣ ਤੋਂ ਇਨਕਾਰ ਕਰਦੇ ਹਨ। ਉਹਨਾਂ ਵਿੱਚ ਅਕਾਲ ਤਖਤ ਦਾ ਇੱਕ ਸਾਬਕਾ ਜਥੇਦਾਰ ਤੇ ਬਹੁਤੇ ਸਿੱਖ ਵਿਦਵਾਨ ਸ਼ਾਮਲ ਹਨ। ਅੱਜ ਗੁਰੂ ਦਾ ਅਕਾਲ ਤਖਤ ਜੇ ਕਿਤੇ ਹੁੰਦਾ ਤਾਂ ਗੁਰੂ ਦਾ ਤਖਤ ਕਿਸ ਨੂੰ ਜ਼ਿੰਮੇਵਾਰ ਹੈ?